ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੌਲ ਸਾਹਿਬ ਅ ਵੈਰੀ ਗੁੱਡ ਮਾਰਨਿੰਗ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਅਰਸ਼, ਸਾਰੇ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਜੀ। ਜੌਲ ਸਾਹਿਬ ਆਓ ਫਿਰ ਇੱਕ ਅਜੀਬ ਕਹਾਣੀ ਤੁਸੀਂ ਸਾਨੂੰ ਦੱਸੋ ਜੀ ਕਿ ਇੱਕ ਪਰਿਵਾਰ ਜੀ ਇੱਥੋਂ ਆਪਣੇ ਸ਼ਹਿਰ ਬਰੈਂਪਟਨ ਤੋਂ ਆਪਣੇ ਮੁੰਡੇ ਦੀ ਵਿਆਹ ਕਰਨ ਗਏ ਜੀ ਤੇ ਆਨੰਦ ਕਾਰਜ ਨਹੀਂ ਹੋਇਆ, ਵਾਪਸ ਆ ਗਏ। ਕਿਉਂ, ਕੀ ਹੋਇਆ? ਕੋਈ ਸੇਫਟੀ ਰੀਜ਼ਨ ਕਰਕੇ ਕਹਿ ਰਹੇ ਕੋਈ ਗੱਲਬਾਤ ਹੋਈ ਹੈ? ਇਹ ਬੜੀ ਅਜੀਬੋ ਗਰੀਬ ਕਹਾਣੀ। ਇੰਨਾ ਪੈਸਾ ਖਰਚ ਕੇ ਉੱਥੇ ਜਾਂਦੇ ਆ ਤੇ ਆਨੰਦ ਕਾਰਜ ਵੀ ਨਹੀਂ ਹੁੰਦੇ। ਅਰਸ਼, ਇਸ ਤਰ੍ਹਾਂ ਵੀ ਹੁਣ ਆਪਣੀ ਧੁਨ ਦੇ ਵਿੱਚ ਮਸਤ ਆ ਜਿਹੜੇ ਲੋਕ ਵੀ ਉਹ ਜਦੋਂ ਇੱਦਾਂ ਵੀ ਜਾਣੀ ਹੋਵੇ ਘਟਨਾਵਾਂ ਵਾਪਰਨ ਤੇ ਫਿਰ ਗੰਢੇ ਵੀ ਖਾਣ। ਕਹਿਣ ਦਾ ਮਤਲਬ ਵੀ ਪੰਜਾਬੀ ਦੇ ਵਿੱਚ ਗੰਢੇ ਵੀ ਖਾਧੇ ਜਾਣ। ਉਹ ਸਾਰੇ ਭੈਣ ਭਰਾਵਾਂ ਨੂੰ ਪਤਾ ਹੀ ਹੈ ਇਹਦਾ ਮਤਲਬ ਕੀ ਆ। ਪਰ ਦੂਸਰੇ ਪਾਸੇ ਇਹ ਫੈਮਿਲੀ ਦੇ ਨਾਲ ਜੋ ਕੁਝ ਵਾਪਰਿਆ ਵੀ ਜਾਣੀ ਆਪਣੇ ਆਪ ਦੇ ਵਿੱਚ ਇਹ ਉਸੇ ਕੜੀ ਦੇ ਵਿੱਚ ਗੱਲ ਜੁੜ ਜਾਂਦੀ ਆ ਵੀ ਜਦੋਂ ਕੋਈ ਰਿਸ਼ਤਾ ਤੈਅ ਕਰ ਲਿਆ ਜਾਂਦਾ, ਇੱਧਰ ਉੱਧਰ ਮੇਲ ਮਿਲਾਪ ਕਰਕੇ। ਅੱਜ ਕੱਲ੍ਹ ਤੇ ਸੋਸ਼ਲ ਮੀਡੀਆ ਹੀ ਵਿਚੋਲਾ ਆ ਨਾ, ਤੇ ਉੱਥੇ ਤਰ੍ਹਾਂ ਤਰ੍ਹਾਂ ਦੀਆਂ ਵਿਚੋਲਗਰੀਆਂ ਜਿਹੜੀਆਂ ਚੱਲ ਰਹੀਆਂ ਵੀ ਉੱਥੇ ਜਾਣ ਪਛਾਣਾਂ ਹੋ ਰਹੀਆਂ, ਉੱਥੇ ਚੈਟਿੰਗਾਂ ਹੋ ਰਹੀਆਂ, ਉੱਥੇ ਬਾਅਦ ਦੇ ਵਿੱਚ ਗਾਂ ਜੀ ਵੀ ਅੱਗੇ ਵਧਿਆ ਜਾ ਰਿਹਾ ਵਗੈਰਾ ਵਗੈਰਾ। ਪਰ ਹੁਣ ਉਹਦੇ ਵਿੱਚ ਫਿਰ ਜਾਣੀ ਖੁਸ਼ੀਆਂ ਤੇ ਭੰਗੜੇ ਜਾਣੀ ਇੰਨਾ ਕੁ ਅੱਖਾਂ ਝੁੰਧਿਆ ਜਾਂਦੀਆਂ ਵੀ ਲੋਕ ਆਪਣਾ ਡਿਊ ਡਿਲੀਜੈਂਸ ਜਾਣੀ ਵਰਤਣਾ ਭੁੱਲ ਜਾਂਦੇ ਆ ਵੀ ਉਹ ਜਿਹੜਾ ਰਿਸ਼ਤਾ ਹੀ ਆ ਪੂਰਾ ਇੱਕ ਸਵਰਗ ਜਿਹੜਾ ਦੁਨੀਆ 'ਚ ਨਜ਼ਰ ਆਉਣ ਲੱਗ ਪੈਂਦਾ ਵੀ ਇਹ ਤੋਂ ਵੱਧ ਹੁਣ ਕੁਝ ਨਹੀਂ ਗਾ। ਉਹਦੇ ਤਹਿਤ ਹੀ ਫਿਰ ਦੇਖਦੇ ਹਾਂ ਵੀ ਸ਼ਾਪਿੰਗ, ਮਹਿੰਗੇ ਮਹਿੰਗੇ ਸਮਾਨ ਖਰੀਦਣੇ, ਬਹੁਤ ਸਾਰੀਆਂ ਘਟਨਾਵਾਂ ਇਹੋ ਜਿਹੀਆਂ ਦੇਖੀਆਂ ਵੀ ਜਦੋਂ ਇੱਥੇ ਰਿਸ਼ਤਾ ਬਰੈਂਪਟਨ 'ਚ ਤੈਅ ਕਰ ਲਿਆ ਤੇ ਫੈਮਲੀਜ਼ ਨੇ ਜਾ ਕੇ ਸ਼ਾਪਿੰਗ ਕੀਤੀ। ਪੰਜਾਬ ਦੇ ਵਿੱਚ ਸ਼ਾਪਿੰਗ ਕਰਨ ਗਏ ਵੀ ਵਿਆਹ ਕਰਨਾ ਆ, ਜਿੰਨੇ ਚਿਰ ਨੂੰ ਮੁੜ ਕੇ ਆਏ ਅਰਸ਼ ਤੇ ਉਹ ਮੁੰਡਾ ਕੁੜੀ ਮਤਲਬ ਆਪਸ ਦੇ ਵਿੱਚ ਲੜ ਕੇ ਘਰੋਂ ਘਰ ਬੈਠੇ ਸੀ ਮੁੰਡਾ ਤੇ ਕੁੜੀ। ਅੱਛਾ। ਉਹ ਜਾਣੀ $2 ਲੱਖ ਦੀ ਸ਼ਾਪਿੰਗ ਕਰਕੇ ਲਿਆਏ ਸੀ ਇੱਥੇ ਫੈਮਲੀ। ਉਹ ਬੱਲੇ, ਕਰੋੜ ਰੁਪਈਆ ਹੋ ਗਿਆ। ਯੈਸ। ਤੇ ਹੁਣ ਆਹ ਘਟਨਾ ਆ ਜਿਹੜੀ ਪਹਿਲਾਂ ਤੇ ਫੈਮਿਲੀ ਦਾ ਧੰਨਵਾਦ ਵੀ ਉਹ ਜਿਸ ਤਰ੍ਹਾਂ ਆਏ ਆ ਆਪਣੀ ਜਾਨ ਬਚਾ ਕੇ, ਉਹਨਾਂ ਨੇ ਆਪੇ ਹੀ ਇਹ ਸਭ ਕੁਝ ਸ਼ੇਅਰ ਕੀਤਾ ਵੀ ਹੋਰ ਭੈਣ ਭਰਾ ਬਚ ਜਾਣ। ਪਰ ਬਚਦੇ ਨਹੀਂ ਆ। ਇਹ ਕੋਈ ਪਹਿਲੀ ਵਾਰੀ ਥੋੜ੍ਹਾ ਆ, ਕਿੰਨੀ ਵਾਰੀ ਜਾਣੀ ਜ਼ਿਕਰ ਹੋ ਚੁੱਕਾ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ। ਪਰ ਵਾਪਰਦੇ ਰਹਿਣ ਦਾ ਮਤਲਬ ਇਹ ਆ ਕਿ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਣੀ ਆਪਣੀ ਧੁਨ ਦੇ ਵਿੱਚ ਮਸਤ ਹਾਂ ਤੇ ਇਹ ਸਮਝਦੇ ਹਾਂ ਵੀ ਜਾਣੀ ਜੋ ਕੁਛ ਦੁਨੀਆ ਦੇ ਵਿੱਚ ਮਾੜਾ ਵਾਪਰ ਰਿਹਾ ਉਹ ਕਿਸੇ ਹੋਰ ਦੇ ਨਾਲ ਤੇ ਵਾਪਰ ਸਕਦਾ ਪਰ ਸਾਡੇ ਨਾਲ ਨਹੀਂ। ਸੋ ਆਪਾਂ ਨੂੰ ਜਾਣੀ ਲੱਗਦਾ ਵੀ ਜਦੋਂ ਕੋਈ ਰਿਸ਼ਤਾ ਤੈਅ ਕਰ ਲਿਆ ਤੇ ਸਭ ਤੋਂ ਜਿਹੜੀ ਉੱਤਮ ਸੌਗਾਤ ਆ ਦੁਨੀਆ ਦੇ ਵਿੱਚ ਇਹ ਸਾਨੂੰ ਮਿਲ ਗਈ ਆ। ਆਮ ਤੌਰ ਤੇ ਜਾਣੀ ਭੈਣ ਭਰਾਵਾਂ ਨੂੰ ਜੇ ਪੁੱਛਿਆ ਜਾਵੇ ਵੀ ਜਦੋਂ ਰਿਸ਼ਤਾ ਤੈਅ ਕਰਦੇ ਹੋ ਤੇ ਕੀ ਦੇਖਦੇ ਹੋ, ਕੀ ਕਰਦੇ ਹੋ, ਕੀ ਲੱਭਦੇ ਹੋ ਦੁਨੀਆ ਦੇ ਵਿੱਚ, ਕੀ ਲੱਭਦੇ ਹੋ, ਤੇ ਫਿਰ ਭਾਵੇਂ ਕਿ ਚਲੋ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਭੈਣ ਭਰਾ ਕੋਈ ਇਹਦਾ ਸਪਸ਼ਟ ਜਵਾਬ ਨਹੀਂ ਦੇ ਪਾਉਂਦੇ ਵੀ ਜਦੋਂ ਰਿਸ਼ਤਾ ਤੈਅ ਕਰਦੇ ਤੇ ਅਕਸਰ ਉਹ ਦੁਨੀਆ 'ਚ ਲੱਭਦੇ ਕੀ ਨੇ, ਕਿਉਂ ਕੀਤਾ ਜਾਂਦਾ। ਪਰ ਵੱਡੀ ਤਾਦਾਦ ਦੇ ਵਿੱਚ ਲੋਕਾਂ ਨੂੰ ਇਹ ਹੁੰਦਾ ਵੀ ਸਾਡੀ ਫੈਮਿਲੀ ਦੇ ਵਿੱਚ ਜਿਹੜਾ ਨਵਾਂ ਜੀ ਆਉਣਾ ਆ ਵੀ ਉਹ ਜੇ ਸਾਡੇ ਲਈ ਕੋਈ ਬਹੁਤਾ ਚੰਗਾ ਨਾ ਕਰ ਸਕੇ ਤੇ ਇੰਨਾ ਹੀ ਬਹੁਤ ਆ ਵੀ ਉਹ ਆਪਣਾ ਆਪ ਸੰਭਾਲ ਕੇ ਸਾਡੇ ਨਾਲ ਜੁੜੇ ਜੀ। ਤੇ ਦੂਸਰਾ ਇਹ ਆ ਵੀ ਕਿਸੇ ਤਰ੍ਹਾਂ ਦੀਆਂ ਮੁਸ਼ਕਲਾਂ ਸਾਡੇ ਲਈ ਪੈਦਾ ਕਰਨ ਵਾਲਾ ਉਹ ਜੀ ਨਾ ਹੋਵੇ ਤੇ ਜੋ ਕੋਈ ਸਾਨੂੰ ਸੁੱਖ ਨਾ ਦੇ ਸਕਿਆ, ਸੁੱਖ ਨਾ ਦੇ ਸਕੀ ਤੇ ਉਹ ਮੁਸ਼ਕਲਾਂ ਵੀ ਪੈਦਾ ਕਰਨ ਵਾਲਾ ਜਾਂ ਵਾਲੀ ਨਾ ਹੋਵੇ। ਪਰ ਹੁਣ ਕਿੰਨੇ ਕੁ ਆਪਾਂ ਸਫਲ ਹੁੰਦੇ ਆ ਆਪਣੇ ਇਸ ਮਕਸਦ ਦੇ ਵਿੱਚ ਵੀ ਰਿਸ਼ਤੇ ਤਾਂ ਘਰੋਂ ਘਰੀ ਤੈਅ ਹੁੰਦੇ ਹੀ ਆ ਵੀ ਇਸ ਮਕਸਦ 'ਚ ਕਿੰਨੇ ਲੋਕ ਸਫਲ ਆ ਵੀ ਜਿਹੜਾ ਨਵਾਂ ਜੀ ਲਿਆਂਦਾ ਜਾਂ ਲਿਆਂਦੀ ਵੀ ਉਹਦੇ ਕਾਰਨ ਸਮੱਸਿਆਵਾਂ ਪੈਦਾ ਹੋਈਆਂ ਕਿੰਨੀ। ਉਹ ਅਦਾਲਤਾਂ ਕਚਹਿਰੀਆਂ ਦੇ ਵਿੱਚ ਲੱਗੀਆਂ ਇੱਥੇ ਕੈਨੇਡਾ ਦੇ ਵਿੱਚ ਲਾਈਨਾਂ ਜੀ, ਤੇ ਇਹ ਅਦਾਲਤਾਂ ਕਚਹਿਰੀਆਂ ਦੇ ਵਿੱਚ ਲੱਗੀਆਂ ਹੋਈਆਂ ਲਾਈਨਾਂ ਉੱਥੇ ਪੰਜਾਬ ਦੇ ਵਿੱਚ ਚੂੜਾ ਪਾ ਕੇ ਵੀ ਆਪਾਂ ਕਈ ਵਾਰੀ ਕੋਰਟ ਵਿੱਚ ਹੀ ਖੜੇ ਆ ਵੀ ਤਲਾਕ ਆ ਜੀ ਹੁਣ। ਸੋ ਕੁੱਲ ਮਿਲਾ ਕੇ ਜਾਣੀ ਇਹ ਆ ਜੀ ਵੀ ਇਹ ਜਿਹੜੀ ਘਟਨਾ ਆ ਆਪਣੇ ਆਪ ਦੇ ਵਿੱਚ ਬੜੀ ਅਜੀਬੋ ਗਰੀਬ ਆ ਵੀ ਜਿੰਨੀ ਕੁ ਸਟਰਗਲ ਦੇ ਨਾਲ ਜਾਣੀ ਇਹ ਪਰਿਵਾਰ ਇੱਥੋਂ ਮੁੰਡੇ ਦਾ ਵਿਆਹ ਕਰਨ ਜਾਣੀ ਚਾਵਾਂ ਦੇ ਨਾਲ ਗਏ ਸੀਗੇ ਤੇ ਵੀ ਉਹ ਹਜੇ ਵਿਆਹ ਤਾਂ 15 ਅਪ੍ਰੈਲ ਨੂੰ ਹੋਣਾ ਸੀਗਾ ਤੇ ਪਰਿਵਾਰ ਜਾਣੀ ਕਿ ਮੁੜ ਕੇ ਆ ਕੇ ਵਾਪਸ ਵੀ ਜਾਣੀ ਬੈਠੇ ਆ ਇੱਥੇ ਹੀ, ਹੈ ਨਾ ਜੀ। ਹੁਣ ਇਸ ਤਰ੍ਹਾਂ ਆ ਜੀ ਵੀ ਇਹ ਵੀ ਜਦੋਂ ਉੱਥੇ ਸਾਰਾ ਮੇਲ ਮਿਲਾਪ ਸ਼ੁਰੂ ਹੋਏ ਜਾ ਕੇ
ਭਾਵੇਂ ਕਿ ਤੇ ਮੁੰਡਾ ਤੇ ਕੁੜੀ ਆ ਜਿਹੜੇ ਜਾਣੀ ਕਿ ਕਹਿੰਦੇ ਵੀ ਉਹਨਾਂ ਦੇ ਵਿੱਚ ਜਾਣੀ ਕਾਫੀ ਲੰਬੇ ਸਮੇਂ ਤੋਂ ਆਪਸੀ ਸੰਪਰਕ ਸੀਗਾ, ਅੱਛਾ ਪਰ ਉੱਥੇ ਜਾਣੀ ਜਾਣ ਤੋਂ ਬਾਅਦ ਕੁੜੀ ਨੇ ਕੋਈ ਮੈਸੇਜ ਭੇਜਿਆ ਇਹਨੂੰ ਮੁੰਡੇ ਨੂੰ, ਜਿਹੜੀ ਚੈਟਿੰਗ ਇਹਨਾਂ ਦੀ ਰੈਗੂਲਰਲੀ ਚੱਲਦੀ ਸੀਗੀ, ਵੀ ਵਿਆਹ ਤਾਂ ਹੋ ਜਾਊਗਾ ਪਰ ਮੈਂ ਜੇ ਦੂਰ ਰਹੂੰਗੀ। ਹਾਂਜੀ, ਅੱਛਾ, ਇਹ ਜਾਣੀ ਹੁਣ ਜਦੋਂ ਅਜੀਬੋ-ਗਰੀਬ ਜਿਹਾ ਮੈਸੇਜ ਉਹ ਮੁੰਡੇ ਨੂੰ ਆਇਆ, ਉਹ ਸੋਚਾਂ ਦੇ ਵਿੱਚ ਪੈ ਗਿਆ ਵੀ ਇਹ ਗੱਲ ਕੀ ਬਣੀ, ਹਨਾ। ਉਹ ਆ ਰਹੇ ਆ, ਹੋਰ ਫੈਮਿਲੀ ਮੈਂਬਰ ਪਹੁੰਚ ਰਹੇ ਆ ਤੇ ਤਿਆਰੀਆਂ ਚੱਲ ਰਹੀਆਂ, ਬੁਕਿੰਗ ਹੋਈ ਆ, ਟੈਂਟਾਂ ਵਾਲਿਆਂ ਨੂੰ, ਡੀਜੇ ਵਾਲਿਆਂ ਨੂੰ 50-50 ਹਜ਼ਾਰ ਰੁਪਇਆ ਐਡਵਾਂਸ ਦਿੱਤਾ ਹੋਇਆ, ਇਹ ਸਭ ਕੁਝ ਕੀਤਾ ਹੋਇਆ, ਬੈਂਕੁਏਟ ਹਾਲ ਬੁੱਕ ਆ ਤੇ ਇਹਨਾਂ ਵੱਲੋਂ ਵੀ ਬੁੱਕ ਆ, ਜਾਣੀ ਉਹਨਾਂ ਵੱਲੋਂ ਵੀ ਬੁੱਕ ਆ, ਵਿਆਹ ਦੀਆਂ ਪੂਰੀਆਂ ਤਿਆਰੀਆਂ ਆ। ਤੇ ਇਹ ਮੈਸੇਜ ਕੀ ਹੋਇਆ, ਹਨਾ, ਅੱਛਾ, ਵੀ ਜੇ ਇਸ ਤਰ੍ਹਾਂ ਦਾ ਕੁੜੀ ਦੇ ਮਨ ਵਿੱਚ ਕੋਈ ਸੀਗਾ ਵੀ ਉਹਦੀ ਇਹ ਕੰਡੀਸ਼ਨ ਆ ਪਹਿਲਾਂ ਦੱਸ ਦਿੰਦੇ, ਤੇ ਇਹ ਉਹਨੂੰ ਪਹਿਲਾਂ ਡਿਸਕਲੋਜ਼ ਕਰਨੀ ਚਾਹੀਦੀ ਸੀਗੀ ਵੀ ਵਿਆਹ ਦੀਆਂ ਆਹ ਲੱਖਾਂ ਰੁਪਏ ਖਰਚ ਕੇ ਵੀ ਮਤਲਬ ਹੁਣ ਇਹ ਕੰਡੀਸ਼ਨ ਰੱਖਣਾ ਆਪਣੇ ਆਪ ਦੇ ਵਿੱਚ ਅਨਰੀਜ਼ਨੇਬਲ ਲੱਗਦਾ। ਤੇ ਫਿਰ ਜਦੋਂ ਇਹਦੇ ਤੇ ਮਤਲਬ ਇਹਨਾਂ ਨੇ ਗੱਲਬਾਤ ਕਰਨੀ ਚਾਹੀ ਫੈਮਿਲੀ ਨੇ ਵੀ ਇਹ, ਤੇ ਫਿਰ ਕੋਈ ਬਹੁਤਾ ਮਤਲਬ ਇਹਨਾਂ ਨੂੰ ਸਾਰਥਕ ਜਵਾਬ ਨਹੀਂ ਮਿਲਿਆ। ਮਤਲਬ ਕਰਦਿਆਂ ਕਰਾਉਂਦਿਆਂ ਇੱਧਰ ਉੱਧਰ ਤਕਰਾਰ ਵੱਧ ਗਈ, ਲੜਾਈ ਵਾਲੀ ਗੱਲ ਹੋ ਗਈ, ਪੁਲਿਸਾਂ ਦੇ ਦਖਲ ਵਾਲੀ ਗੱਲ ਬਣ ਗਈ। ਅੱਛਾ, ਉਹ ਕਹਿੰਦੇ ਲੜਕੀ ਵਾਲੇ ਜੀ ਵੀ ਹੁਣ ਜੇ ਤੁਸੀਂ ਵਿਆਹ ਨਹੀਂ ਕਰਨਾ ਤੇ ਫਿਰ ਸਾਨੂੰ 10 ਲੱਖ ਰੁਪਈਆ ਦਿਓ। ਅੱਛਾ, ਤੇ ਉਹ ਕਹਿੰਦੇ ਵੀ ਖਰਚੇ ਤਾਂ ਸਾਡੇ ਜ਼ਿਆਦੇ ਹੋਏ ਆ, ਵੀ ਤੁਹਾਨੂੰ 10 ਲੱਖ ਕਾਹਦਾ ਦਈਏ, ਵੀ ਵਿਆਹ ਤਾਂ ਤੁਸੀਂ ਹੁਣ ਕੰਡੀਸ਼ਨ ਤਾਂ ਅਜੀਬੋ ਗਰੀਬ ਜੀ ਤੁਸੀਂ ਕੁੜੀ ਨੇ ਰੱਖੀ ਆ ਤੇ ਖਰਚੇ ਨੁਕਸਾਨ ਤਾਂ ਸਾਡੇ ਹੋਏ ਆ। ਪਰ ਉੱਥੇ ਹੁਣ ਤੁਹਾਨੂੰ ਪਤਾ ਹੀ ਆ ਵੀ ਧੱਕਾ ਚੱਲਦਾ, ਹਨਾ। ਕਹਿਣ ਨੂੰ ਤਾਂ ਚਲੋ ਆਪਾਂ ਆਪਣੇ ਆਪ ਨੂੰ ਖੱਬੀ ਖਾਨ ਬਹੁਤ ਕਹਿੰਦੇ ਆ, ਬਿਲਕੁਲ ਜੀ। ਤੇ ਪੁਲਿਸਾਂ ਦੇ ਦਿਮਾਗ ਦੇ ਵਿੱਚ ਵੀ ਇਹ ਆ ਵੀ ਕੁੜੀ ਦੀ ਜ਼ਿਆਦਾ ਮਨ ਹੋਣੀ ਆ ਜੀ, ਹਨਾ। ਤੇ ਜਿੱਦਾਂ ਟਰੱਕ ਤਾਂ ਕਾਰ ਦੀ ਟੱਕਰ ਹੋ ਜੇ ਤੇ ਟਰੱਕ ਵਾਲੇ ਨੂੰ ਫੜਨਾ ਹੀ ਫੜਨਾ, ਨੁਕਸ ਕਾਰ ਵਾਲੇ ਹੋਵੇ, ਹਨਾ। ਸੋ ਏਦਾਂ ਦੇ ਜਾਣੀ ਉੱਥੇ ਜਿਹੜੇ ਚੱਲ ਰਹੀਆਂ ਰਵਾਇਤਾਂ ਵੀ ਇਹ ਕੁੜੀ ਦੀ ਗੱਲ ਜ਼ਿਆਦਾ ਮੰਨੀ ਜਾਣੀ ਆ ਜੀ। ਕਰ ਕਰਾ ਕੇ ਜਾਣੀ ਜਦੋਂ ਇਹਨਾਂ ਨੂੰ ਇੱਧਰੋਂ ਉੱਧਰ ਹੀ ਧਮਕਾਉਣਾ ਸ਼ੁਰੂ ਕਰ ਦਿੱਤਾ, ਉਹੀ ਜਿਹੜੇ ਜਾਣੀ ਕਿ ਪਹਿਲਾਂ ਲੋਕ ਸਗਨਾਂ ਦੇ ਮੂਡ ਦੇ ਵਿੱਚ ਆਉਂਦੇ ਹੁੰਦੇ ਸੀਗੇ, ਉਹ ਬਾਅਦ ਚ ਧਮਕੀਆਂ, ਡਾਂਗੋਕ੍ਰੇਸੀ ਵਾਲੀ ਮੂਡ ਹੋ ਗਿਆ। ਤੇ ਇੱਥੋਂ ਫਿਰ ਜਾਣੀ ਬਰੈਂਪਟਨ ਤੋਂ ਗਿਆ ਨੇ ਤਾਂ ਇਹਨਾਂ ਨੇ ਵਿਚਾਰਿਆਂ ਨੇ ਸੋਚਿਆ ਵੀ ਹੁਣ ਆਪਾਂ ਮੁੜੇ ਹੀ ਚੱਲੀਏ, ਆਪਣੀ ਜਾਨ ਬਚਾ ਕੇ, ਇੰਨਾ ਹੀ ਬਹੁਤ ਆ। ਇਹ ਫਿਰ ਜਾਣੀ ਜਿੰਨੇ ਕਿ ਇੱਥੋਂ ਗਏ ਹੋ ਸੀਗੇ ਵੀ ਇਹਨਾਂ ਨੇ ਰਾਤੋਂ ਰਾਤ ਜਾਣੀ ਆਪਣਾ ਅਰੇਂਜਮੈਂਟ ਕੀਤਾ ਤੇ ਉੱਥੋਂ ਜੀ ਵੀ ਇਹ ਵਾਪਸ ਬੇਰੰਗ ਕਹਿ ਲਓ ਵੀ ਇੱਥੋਂ ਗਈ ਹੋਈ ਬਰਾਤ ਪਹੁੰਚੀ ਆ, ਵੀ ਬਰਾਤ ਹੀ ਸੀ ਨਾ, ਵੀ ਮੁੰਡੇ ਨੂੰ ਉੱਥੇ ਵਿਆਹੁਣ ਗਏ ਸੀ ਕੈਨੇਡਾ ਤੋਂ ਪੰਜਾਬ ਦੇ ਵਿੱਚ, ਤੇ ਵੀ ਉੱਥੋਂ ਫਿਰ ਇਹਨਾਂ ਨੂੰ ਮੁੜਨਾ ਪਿਆ ਬੇਰੰਗ ਵਾਪਸ। ਵੀ ਹਜੇ ਤੱਕ ਉਹ ਮਤਲਬ ਕੈਲਕੂਲੇਟ ਵੀ ਨਹੀਂ ਕਰ ਸਕਦੇ ਵੀ ਖਰਚੇ ਉਹਨਾਂ ਨੇ ਇਸ ਕੰਮ ਦੇ ਵਿੱਚ ਕਿੰਨੇ ਕੁ ਕਰ ਦਿੱਤੇ। ਕੋਵਿਡ ਦੇ ਵਿੱਚ ਪਹਿਲੀ ਗੱਲ ਤੇ ਭਾਰਤ ਦਾ ਵੀਜ਼ਾ ਲੈਣਾ ਹੀ ਬਹੁਤ ਵੱਡਾ ਚੈਲੰਜ ਸੀਗਾ ਉਹਨਾਂ ਦਾ। ਜੀ ਬਿਲਕੁਲ। ਅੱਛਾ, ਮੁੜ ਕੇ ਹੁਣ ਇਹ ਗੰਢੇ ਖਾਣ ਵਾਲੀ ਗੱਲ ਕੀ ਹੋਈ ਕਿ ਆਪਾਂ ਕਈ ਵਿਆਹਾਂ 'ਚ ਸ਼ਾਪਿੰਗ ਕਰਨ ਜਾਂਦੇ ਆ ਇੰਡੀਆ, ਵਿਆਹ ਇੱਥੇ ਆ, ਤੇ ਕਈ ਹੁਣ ਇਹ ਜਿਹੜਾ ਵਿਆਹ ਸੀਗਾ ਸ਼ਾਪਿੰਗ ਕਰਕੇ ਲਗਾਏ ਸੀ ਇੱਥੋਂ ਇੰਡੀਆ, ਤੇ ਸ਼ਾਪਿੰਗ ਹੁਣ ਉਹਨਾਂ ਸਟੋਰਾਂ 'ਚੋਂ ਕੀਤੀ ਸੀਗੀ ਜਿਹੜੇ ਉਹ ਸਟੋਰਾਂ ਵਾਲੇ ਪਹਿਲਾਂ ਹੀ ਉਹ ਸਮਾਨ ਇੰਡੀਆ ਤੋਂ ਲਿਆ ਕੇ ਵੇਚ ਰਹੇ ਆ। ਅੱਛਾ, ਇਹ ਇੰਡੀਆ ਤੋਂ ਸਟੋਰਾਂ ਵਾਲਿਆਂ ਨੇ ਇੱਥੇ ਸਮਾਨ ਲਿਆਂਦਾ, ਲੋਕਾਂ ਨੇ ਇੱਥੋਂ ਖਰੀਦ ਕੇ ਉਹਨੂੰ ਟੈਚੀਆਂ 'ਚ ਭਰਿਆ, ਉਹਨੂੰ ਉੱਥੇ ਪੰਜਾਬ ਲੈ ਕੇ ਗਏ, ਵਿਆਹ ਹੋ ਨਹੀਂ ਸਕਿਆ, ਟੈਚੀ ਉਦਾਂ ਹੀ ਬੰਦ, ਵਾਪਸ ਉੱਥੋਂ ਇੱਥੇ ਫੇਕ ਕੈਨੇਡਾ ਲਿਆਂਦੇ ਉਸੇ ਸਮਾਨ ਦੇ, ਏਅਰਪੋਰਟ ਤੇ ਘੇਰ ਲਿਆ ਕਸਟਮ ਵਾਲਿਆਂ ਨੇ। ਗੰਢੇ ਖਾਣ ਵਾਲੀ ਗੱਲ, ਏਅਰਪੋਰਟ ਤੇ ਕਸਟਮ ਵਾਲੇ ਹੁਣ ਆਪਾਂ ਹੁਣ ਇਹਨੂੰ ਬੇਈਮਾਨੀਆਂ ਕਹੀਏ ਜਾਂ ਫਿਰ ਸਾਡੀਆਂ ਅਣਗਹਿਲੀਆਂ ਕਹੀਏ ਵੀ ਅਸੀਂ ਆਪਣੇ ਖਰਚੇ ਬਚਾਉਣ ਲਈ ਕੀ ਕੀ ਕਰਦੇ ਆ, ਰਸੀਦ ਕੋਈ ਨਹੀਂ ਸੀ ਵੀ ਸਮਾਨ ਕਿੱਥੋਂ ਖਰੀਦਿਆ। ਇਹਨਾਂ ਨੇ ਤਾਂ ਹੁਣ ਕਹਿਣਾ ਹੀ ਸੀ ਵੀ ਆਪਣੇ ਚ ਤੋਂ ਅਸੀਂ ਜੀ ਸਮਾਨ ਇੱਥੋਂ ਖਰੀਦ ਕੇ ਨਾਲ ਲੈ ਕੇ ਗਏ ਸੀ। ਉਹ ਕਹਿਣ ਲੱਗੇ ਵੀ ਨਹੀਂ, ਸਾਡੇ ਕੋਲ ਤਾਂ ਕੋਈ, ਤੁਸੀਂ ਲਿਆਓ ਰਸੀਦ, ਕਿੱਥੇ ਆ, ਤੇ ਰਸੀਦ ਕੋਈ ਹੈ ਨਹੀਂ ਸੀ। ਤੇ ਇਹ ਫਿਰ ਕਿਉਂਕਿ ਵੀ ਬਿਨਾਂ ਡਿਕਲੇਅਰ ਕੀਤਿਆਂ ਸਮਾਨ ਕੱਢਣ ਦੀ ਕੋਸ਼ਿਸ਼ ਸੀਗੀ ਏਅਰਪੋਰਟ ਦੇ ਵਿੱਚੋਂ, ਤੇ ਅਫਸਰਾਂ ਨੇ ਜਾਣੀ ਸਾਡੇ ਜਿਹੜੇ ਕਸਟਮਸ ਦੇ ਆ ਇੱਥੇ ਕੈਨੇਡਾ ਦੇ, ਉਹਨਾਂ ਨੇ ਇਹ ਮੰਨਿਆ ਵੀ ਤੁਸੀਂ ਸਮਾਨ ਇਹ ਇੰਡੀਆ ਤੋਂ ਲਿਆਂਦਾ ਨਵਾਂ, ਕਿਉਂਕਿ ਸਮਾਨ ਵੀ ਨਵਾਂ ਹੀ ਆ, ਤੇ ਉਹ ਸਮਾਨ ਤੁਸੀਂ ਡਿਕਲੇਅਰ ਕੀਤੇ ਬਿਨਾਂ ਇੱਥੋਂ ਕੱਢਣ ਦੀ ਕੋਸ਼ਿਸ਼ ਦੇ ਵਿੱਚ ਸੀਗੇ, ਜਿਹਦੇ ਕਰਕੇ ਵੀ ਤੁਹਾਨੂੰ ਕਸਟਮ ਡਿਊਟੀ ਦੇਣੀ ਪਊਗੀ। ਸੋ ਇਸ ਤਰ੍ਹਾਂ ਜੀ ਵੀ ਹੁਣ ਇੱਥੋਂ ਸਮਾਨ ਲਗਾਏ ਨਵਾਂ, ਜਿਹੜਾ ਉੱਥੇ ਟੱਚ ਵੀ ਨਹੀਂ ਕੀਤਾ, ਬੰਦ ਟੈਚੀ ਉਦਾਂ ਹੀ ਵਾਪਸ ਲਿਆਂਦੇ, ਉਹਨਾਂ ਤੇ ਦੁਬਾਰਾ ਕਸਟਮ ਦੇ ਕੇ ਉਹ ਫੇਰ ਕੈਨੇਡਾ 'ਚ ਵਾੜਿਆ, ਜਿਹੜਾ ਕਿ ਸ਼ੁਰੂ 'ਚ ਹੀ ਸਟੋਰਾਂ ਵਾਲਿਆਂ ਨੇ ਉਹ ਇੰਡੀਆ ਤੋਂ ਮੰਗਾਇਆ ਸੀਗਾ।
ਸੋ ਇਹ ਆਪਣੀਆਂ ਜ਼ਿੰਦਗੀ ਦੀਆਂ ਘੁੰਮਣ ਫੇਰੀਆਂ ਆਪਾਂ ਦੇਖ ਲਓ ਵੀ ਕਿੱਦਾਂ ਬਣਾਉਣੇ ਆ ਤੇ ਕਿੱਦਾਂ ਇਹ ਬਣਦੀਆਂ ਆ। ਜੀ 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 ਜੀ। ਤੇ ਹੁਣ ਜਿਹੜੇ ਉੱਥੇ ਜੀ ਡੀਜੇ ਵਾਲਿਆਂ ਨੂੰ 50,000 ਰੁਪਈਆ ਦਿੱਤਾ, ਕਿਸੇ ਨੂੰ ਲੱਖ ਦਿੱਤਾ, ਵੈਰੀ ਉਹੀ ਸੈਡ, ਉਦਾਂ ਦੇ ਉਦਾਂ ਹੀ ਦੱਬ ਕੇ ਬਹਿ ਗਏ ਹਨਾ, ਕੋਈ ਵਾਪਸ ਦੇਣ ਦਾ ਨਾਂ ਨਹੀਂ ਲੈ ਰਿਹਾ ਜੀ ਹਨਾ। ਵੈਰੀ ਸੈਡ। ਉੱਥੇ ਤੇ ਜੋ ਚਲੇ ਗਿਆ ਹੱਥ ਵਿੱਚੋਂ। ਸੋ ਇਸ ਕਰਕੇ ਇਹ ਆ ਵੀ ਆਪਾਂ ਜਿਹੜਾ ਇਹ ਵਿਆਹ ਦੇ ਇੱਕ ਸਾਦਾ ਸਮਾਗਮ ਨੂੰ ਏਡਾ ਵੱਡਾ ਚੈਲੰਜ ਬਣਾਈ ਬੈਠੇ ਆ ਆਪਣੀ ਲਾਈਫ ਦੇ ਵਿੱਚ, ਇਹ ਸਾਨੂੰ ਥੋੜਾ ਜਿਹਾ ਸਿੱਖਣ ਦੀ ਲੋੜ ਆ ਵੀ ਅਸੀਂ ਇਹ ਲੱਖਾਂ ਰੁਪਏ ਰਾਹਾਂ 'ਚ ਬਰਬਾਦ ਕਰ ਰਹੇ ਹਾਂ। ਇਹ ਤੁਸੀਂ ਸਾਦਾ ਆਨੰਦ ਕਾਰਜ ਕਰਕੇ ਲੜਕਾ ਲੜਕੀ ਨੂੰ ਕੋਈ ਦੇ ਦਿਓ, ਉਹਨਾਂ ਦੀ ਲਾਈਫ ਦੇ ਵਿੱਚ ਉਹ ਰਕਮਾਂ ਕੰਮ ਆਉਣ ਜਿਹੜੀਆਂ ਉਦਾਂ ਹੀ ਉਜਾੜੀ ਜਾ ਰਹੇ ਆ ਆਪਾਂ ਹਨਾ। ਵੀ ਜੇ ਤੁਸੀਂ ਉੱਥੇ ਭੰਗੜੇ ਤੇ ਮੁਰਗੇ ਤੇ ਬੱਕਰੇ ਨਹੀਂ ਵੀ ਜਿੱਤੋਗੇ ਹਨਾ, ਨਾ ਵੀ ਇਹ ਬਹੁਤੇ ਵੱਡੇ ਭੰਗੜੇ ਪੈਣਗੇ, ਜਦੋਂ 4-5 ਸਾਲ ਜੋੜੀ ਕੱਢ ਜਾਊਗੀ ਤੇ ਫਿਰ ਭੰਗੜੇ ਵੀ ਪਾ ਲਿਓ ਹਨਾ। ਇਹ ਜਸਟ ਮਤਲਬ ਵਿਆਹ ਦੇ ਮੌਕੇ ਤੇ ਇੰਨਾ ਕੁਛ ਖਾਣ ਖਿਲਾਉਣ, ਹਜ਼ਾਰਾਂ ਲੋਕ ਇਕੱਠੇ ਕਰਨੇ, ਤੇ ਪਤਾ ਤਾਂ ਕਈ ਵਾਰੀ ਮਹੀਨੇ 2 ਮਹੀਨਿਆਂ ਬਾਅਦ ਨਹੀਂ ਹੁੰਦਾ ਵੀ ਇਹਨਾਂ ਨੇ ਹੁਣ ਕਾਂ ਕਰਨਾ ਕੀ ਆ, ਤੇ ਮੁੜ ਕੇ ਚੂੜਾ ਪਾ ਕੇ ਭਾਵੇਂ ਆਪਾਂ ਕੋਰਟਾਂ ਦੇ ਚੱਕਰ ਕੱਟ ਰਹੇ ਆ ਨਾ ਜੀ। ਸੋ ਇਸ ਕਰਕੇ ਇਹ ਵਿਆਹਾਂ ਨੂੰ ਜਿਹੜਾ ਜੀ ਅਨਨੈਸੈਸਰੀ ਆਪਾਂ ਇਸ ਤਰੀਕੇ ਦੇ ਨਾਲ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਚੁਣੌਤੀ ਬਣਾਇਆ ਹੋਇਆ, ਏਡੇ ਖਰਚਿਆਂ ਨੂੰ ਥਾਂ ਬਣਾਇਆ ਹੋਇਆ, ਖੁਆਰੀਆਂ ਨੂੰ ਜਗ੍ਹਾ ਬਣਾਈ ਹੋਈ ਆ। ਸੋ ਜਿਸ ਤਰੀਕੇ ਦੇ ਨਾਲ ਇਹ ਸਭ ਕੁਝ ਘਟਨਾ ਵਾਪਰੀ ਆ ਜੀ, ਆਪਣੇ ਆਪ ਦੇ ਵਿੱਚ ਇਹ ਬੜੀ ਕੰਨ ਖੜੇ ਕਰਨ ਵਾਲੀ ਆ। ਜੇ ਕੋਈ ਭੈਣ ਭਰਾ ਸਮਝੇ ਤਾਂ, ਨਾ ਸਮਝੇ ਤਾਂ ਫਿਰ ਆਪਾਂ ਨੂੰ ਪਤਾ ਹੀ ਆ ਵੀ ਆਪਾਂ ਇਹ ਸਭ ਕੁਝ ਹੋਈ ਵੀ ਜਾਂਦਾ, ਸੁਣੀ ਵੀ ਜਾਂਦੇ ਆ, ਇੱਕ ਕੰਨ ਚੋਂ ਤੇ ਦੂਜੇ ਚੋਂ ਕੱਢੀ ਜਾਂਦੇ ਆ, ਸਿੱਖਦੇ ਕੁਛ ਹੈ ਨਹੀਂ, ਤੇ ਫਿਰ ਸਮੇਂ ਦੀਆਂ ਮਾਰਾਂ ਜਿਹੜੀਆਂ ਜੀ ਆਪਾਂ ਉਹ ਚੱਲਦੇ ਆ। ਡਾਕਟਰ ਸਾਹਿਬ, IT ਪ੍ਰੋਫੈਸ਼ਨ ਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਜੌਬ ਓਪਨਿੰਗਸ ਹੋ ਰਹੀਆਂ ਨੇ ਤੇ ਹਾਈ ਡਿਮਾਂਡ ਦੇ ਵਿੱਚ ਨੇ, ਜਿੱਥੇ ਕੈਨੇਡੀਅਨ ਲੇਬਰ ਮਾਰਕੀਟ ਕਹਿ ਰਹੀ ਹੈ ਕਿ ਰਾਇਲ ਬੈਂਕ, TD ਸਕੋਸ਼ੀਆ, CIBC, BMO, ਦ ਬਿਗ ਇੰਸ਼ੋਰੈਂਸ ਕੰਪਨੀ ਹਾਇਰ ਕਰ ਰਹੇ ਨੇ ਜੀ। ਯੈਸ ਸਰ, ਆਪਾਂ ਦੇਖ ਰਹੇ ਹਾਂ ਵੀ ਪਿਛਲੇ ਦਿਨਾਂ ਦੇ ਵਿੱਚ ਆਪਾਂ ਸਾਂਝੀ ਕੀਤੀ ਸੀ ਖਬਰ ਵੀ ਵਰਕਰ ਜਿਹੜੇ ਆ ਉਹ ਕੈਨੇਡੀਅਨ ਇਕੋਨਮੀ ਦੇ ਵਿੱਚ ਕਾਫੀ ਘਾਟ ਆ, ਤੇ ਕਈ ਵਾਰੀ ਤੇ ਚਲੋ ਡਰਾਮਾ ਵੀ ਬਣਾਇਆ ਜਾਂਦਾ ਵੀ ਵਰਕਰ ਦੀ ਬਹੁਤ ਲੋੜ ਆ, ਕੈਨੇਡਾ ਚੋਂ ਮਿਲਦੇ ਨਹੀਂ, ਬਾਹਰੋਂ ਮੰਗਵਾਉਣੇ ਪੈਣੇ ਆ। ਉਹਦੇ ਲਈ ਜਿਹੜਾ ਡਰਾਮਾ ਜਾਣੀ LMI ਵੇਚਣ ਦਾ ਆਪਾਂ ਘੜਿਆ ਹੋਇਆ ਬਹੁਤ ਸਾਰੇ ਲੋਕਾਂ ਨੇ, ਉਹ ਤੇ ਆਪਾਂ ਨੂੰ ਪਤਾ ਹੀ ਆ। ਤੇ ਲੇਕਿਨ ਕਿ ਵੀ ਇਹ ਹੁਣ ਜਿਹੜੀਆਂ ਸਾਡੇ ਕੋਲ ਖਾਸ ਤੌਰ ਤੇ ਬਿਗ ਬੈਂਕਸ ਹੈਗੀਆਂ ਜਾਂ ਵੱਡੇ ਇੰਪਲੋਇਰਸ ਆ, ਇੰਡਸਟਰੀਜ਼ ਆ, ਇੰਸ਼ੋਰੈਂਸ ਕੰਪਨੀਆਂ ਆ, ਵੀ ਉਹਨਾਂ ਦੇ ਇਸ ਵੇਲੇ ਹਾਇਰਿੰਗ ਮੋਡ ਤੋਂ ਲੱਗ ਰਿਹਾ ਵੀ ਜਿਸ ਤਰ੍ਹਾਂ ਉਹਨਾਂ ਨੇ ਰਿਕਰੂਟਮੈਂਟ ਖੋਲ੍ਹੀ ਹੋਈ ਆ ਖਾਸ ਤੌਰ ਤੇ IT ਪ੍ਰੋਫੈਸ਼ਨਲਸ ਦੀ, ਤੇ ਵੀ ਉਹਦੇ ਮੁਤਾਬਕ ਕਾਫੀ ਵੱਡੀ ਡਿਮਾਂਡ ਆ ਕੈਨੇਡੀਅਨ ਇਕੋਨਮੀ ਦੇ ਵਿੱਚ ਇਹ ਇਨਫੋਰਮੇਸ਼ਨ ਟੈਕਨੋਲੋਜੀ ਦੇ ਜਿਹੜੇ ਪ੍ਰੋਫੈਸ਼ਨਲਸ ਹੈਗੇ ਆ। ਤੁਸੀਂ ਦੇਖੋ ਵੀ ਇਹ ਸਾਲ ਜਿਹੜਾ ਅਜੇ ਚੜਿਆ ਹੀ ਆ, 3 ਮਹੀਨੇ ਬੀਤੇ ਆ ਤੇ 2.25 ਲੱਖ ਦੇ ਕਰੀਬ ਹਾਇਰਿੰਗਸ ਜਿਹੜੀਆਂ ਵੀ ਬੈਂਕਸ ਆਲਰੇਡੀ ਕਰ ਚੁੱਕੀਆਂ ਆ, 2.25 ਲੱਖ। ਵਾਹ। ਤੇ ਹੁਣ ਜਦੋਂ ਇੰਪਲੋਇਮੈਂਟ ਮਾਰਕੀਟ ਦੇ ਵਿੱਚ ਸਪੈਸ਼ਲਿਸਟ ਦੀ, ਵਰਕਰਸ ਦੀ ਬਹੁਤ ਘਾਟ ਹੋਵੇ, ਤੇ ਫਿਰ ਇਹ ਵਰਕਰਸ ਨੂੰ, ਸਪੈਸ਼ਲਿਸਟ ਨੂੰ, ਪ੍ਰੋਫੈਸ਼ਨਲਸ ਨੂੰ ਇਹ ਓਪਰਚੁਨਿਟੀ ਮਿਲਦੀ ਆ ਵੀ ਆਪਣੇ ਕੰਮ ਦੇ ਬਦਲੇ ਉਹ ਆਪਣੀ ਜਿਹੜੀ ਆ ਉਹ ਗੁੱਡ ਕੰਪਨਸੇਸ਼ਨ ਆ ਉਹ ਡਿਮਾਂਡ ਕਰ ਸਕਣ, ਮਤਲਬ ਕਿ ਉਹਨਾਂ ਨੂੰ ਹਾਇਰ ਵੇਜਸ ਮਿਲ ਸਕਦੀਆਂ ਹੁੰਦੀਆਂ ਜੀ। ਹੁਣ ਹਰ ਜਗ੍ਹਾ ਲਗਭਗ ਇਹ ਆਵਾਜ਼ ਆ ਵੀ ਵੱਡੀ ਤਾਦਾਦ ਦੇ ਵਿੱਚ ਵਰਕਰਸ ਦੀ ਕੈਨੇਡਾ 'ਚ ਘਾਟ ਆ, ਸਪੈਸ਼ਲਿਸਟ ਦੀ ਘਾਟ ਆ, ਪ੍ਰੋਫੈਸ਼ਨਲਸ ਦੀ ਘਾਟ ਆ। ਤੇ ਆਪਾਂ ਉਧਰੋਂ ਕਈ ਵਾਰੀ ਕੈਨੇਡੀਅਨਸ ਦਾ ਰਾਗ ਸੁਣਦੇ ਹੁੰਦੇ ਆ ਵੀ ਸਾਡੇ ਬੱਚਿਆਂ ਨੂੰ ਜੋਬ ਨਹੀਂ ਮਿਲਦੀ। ਹੁਣ ਜੋਬ ਉਹਨੂੰ ਨਹੀਂ ਮਿਲਣੀ ਜਿਹਨੂੰ ਕੋਈ ਜੋਬ ਕਰਨੀ ਨਹੀਂ ਆਉਂਦੀ, ਜੋਬ ਉਹਨੂੰ ਮਿਲਣੀ ਆ, ਜੋਬ ਨੇ ਜਾਂ ਉਹਨੂੰ ਤਾਂ ਲੱਭਦੇ ਫਿਰਨਾ ਜਿਹਨੂੰ ਕੁਛ ਕਰਨਾ ਆਉਂਦਾ। ਸੋ ਜੇ ਇਹ ਬੇਰੁਜ਼ਗਾਰੀ ਦੇ ਰੋਣੇ ਤੋਂ ਬਚਣਾ ਆ ਜਿਹੜਾ ਕਿ ਹਾਰੇ ਹੋਏ ਲੋਕਾਂ ਦੇ ਪੱਲੇ ਇਹ ਪੈਂਦਾ, ਹਾਰੇ ਹੋਏ ਲੋਕ ਜਿਨ੍ਹਾਂ ਨੂੰ ਕੁਛ ਕਰਨਾ ਨਹੀਂ ਆਉਂਦਾ ਜੀ, ਕੁਛ ਕੁ ਜਮਾਤਾਂ ਪਾਸ ਕਰ ਲਈਆਂ ਤੇ ਸ਼ੇਖ ਹੀ ਹੋ ਗਈ, ਮੇਰੀ ਜੇਬ 'ਚ ਵੱਡੀ ਸਾਰੀ ਡਿਗਰੀ ਆ ਜੀ, 16 ਪੜ੍ਹ ਲਈਆਂ, 14 ਪੜ੍ਹ ਲਈਆਂ, ਤੇ ਜਦੋਂ ਪੁੱਛੋ ਕਰਨਾ ਕੀ ਆਉਂਦਾ ਤੇ ਫੇਰ ਮੂੰਹ ਬੰਦ ਆ ਜੀ। ਸੋ ਜਿਹੜੇ ਵਿਅਕਤੀ ਨੂੰ ਇਸ ਸਵਾਲ ਦਾ ਜਵਾਬ ਜਿੰਨਾ ਸੌਖਾ ਦੇਣਾ ਆਉਂਦਾ ਵੀ ਮੈਂ ਆਹ ਕਰ ਸਕਦਾ, ਮੈਂ ਆਹ ਕਰ ਸਕਦੀ ਹਾਂ, ਉਹਨੂੰ ਤਾਂ ਜੋਬਸ, ਕੰਪਨੀਆਂ, ਇੰਪਲੋਇਰਸ ਲੱਭਦੇ ਫਿਰਦੇ ਆ। ਸੋ ਤਦ ਕਰਕੇ ਆ ਜੀ ਵੀ ਇਸ ਵੇਲੇ ਕੈਨੇਡੀਅਨ ਮਾਰਕੀਟ ਦੇ ਵਿੱਚ ਕਿਹਾ ਜਾ ਰਿਹਾ ਵੀ ਜੋਬਸ ਓਪਨਿੰਗਸ ਤਾਂ ਬਹੁਤ ਆ, ਪਰ ਮਾਹਿਰ ਪ੍ਰੋਫੈਸ਼ਨਲਸ, ਵਰਕਰਸ ਜਿਹੜੇ ਆ ਉਹ ਮਿਲ ਨਹੀਂ ਰਹੇ। ਤੇ ਪਈ ਕੁੱਲ ਮਿਲਾ ਕੇ ਇਹ ਆ ਜੀ ਵੀ ਇਹ ਪਿਛਲੇ
3 ਕੁ ਮਹੀਨਿਆਂ ਦੇ ਜੀ, ਵਿੱਚ ਜੀ, ਜਿਹੜੀ ਜੀ। ਹਾਇਰਿੰਗ ਹੋਈ ਆ ਤੇ ਅਜੇ ਵੀ ਬਹੁਤ ਸਾਰੀਆਂ ਬੈਂਕਾਂ ਦੇ ਵਿੱਚ ਜਿਹੜੀਆਂ ਜਾਂ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਇਹ ਓਪਨਿੰਗਸ ਰੈਗੂਲਰਲੀ ਕਰ ਰਹੇ ਆ, ਨਵੇਂ ਲੋਕਾਂ ਨੂੰ ਰੱਖਿਆ ਜਾ ਰਿਹਾ। ਪਰ ਇੰਨਾ ਹੀ ਆ ਵੀ ਨਵੇਂ ਲੋਕਾਂ ਨੂੰ ਜਦੋਂ ਰੱਖਿਆ ਜਾਣਾ ਤੇ ਜ਼ਰੂਰ ਇਹ ਕੁਐਸਚਨ ਆਉਂਦਾ ਵੀ ਤੁਹਾਨੂੰ ਭਾਈ ਕਰਨਾ ਕੀ ਆਉਂਦਾ। ਜੀ ਜੇ ਉਹਨਾਂ ਨੂੰ ਕੁਝ ਕਰਨਾ ਆਉਂਦਾ ਤੇ ਨੌਕਰੀਆਂ ਦੀ ਲੱਗਦਾ ਕਿ 4 ਚੁਫੇਰੇ ਘਾਟ ਨਾ ਕਦੇ ਸੀਗੀ ਤੇ ਨਾ ਇਹ ਹੈ, ਤੇ ਲੱਗਦਾ ਵੀ ਮਾਹਿਰਾਂ ਵਾਸਤੇ ਸਪੈਸ਼ਲਿਸਟਾਂ ਵਾਸਤੇ ਨਾ ਨੌਕਰੀਆਂ ਦੀ ਕਦੀ ਘਾਟ ਹੋਣੀ ਹੈ। ਜੀ ਉਹ ਪੰਜਾਬ ਹੋਵੇ, ਭਾਰਤ ਹੋਵੇ, ਦੁਨੀਆ ਦਾ ਕੋਈ ਵੀ ਪਛੜੇ ਤੋਂ ਪਛੜਿਆ ਏਰੀਆ ਹੋਵੇ ਤੇ ਜਾਂ ਫਿਰ ਕੈਨੇਡਾ ਹੋਵੇ। ਸਾਡਾ ਕਾਲਰ ਨੇ ਜੀ 2 ਅਸੀਂ ਲੈ ਲਈਏ ਫਟਾਫਟ ਇਹਦੇ ਨਾਲ ਆਪਾਂ ਵਾਈਂਡ ਅਪ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੇਟਾ ਜੀ। ਜੀ ਮਿਸਟਰ ਕੋਸਰ। ਸਤਪਾਲ ਜੀ ਸਾਰਿਆਂ ਨੂੰ ਚੋਣ ਦੇਖਣ ਵਾਲਿਆਂ ਨੂੰ। ਜੀ ਆਂਟੀ ਜੀ। ਸਤਪਾਲ ਜੀ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਵਿਆਹਾਂ ਬਾਰੇ ਮੈਂ ਵੀ ਤੁਹਾਡੇ ਨਾਲ ਪੂਰੀ 100% ਉਹ ਤੋਂ ਵੱਧ ਮੰਨਦੀ ਹਾਂ, ਏਦਾਂ ਹੋਣਾ ਨਹੀਂ ਚਾਹੀਦਾ। ਪਰ ਜਿਹੜੇ ਜਿੱਦਾਂ ਤੁਸੀਂ ਦੱਸਿਆ ਵੀ ਅੱਜ ਕੱਲ੍ਹ ਕੋਈ ਵਿਸਾਇਆ ਹੀ ਨਹੀਂ ਹੈਗਾ ਤੇ ਗ੍ਰਾਮ ਸਾਹਿਬ ਦੇ ਮੂਹਰੇ ਲਾਵਾਂ ਲੈ ਕੇ ਇਹਦੇ ਨਹੀਂ ਕਰੂੰ ਇੱਕ ਦੂਸਰੇ ਬਾਹਰ ਇਕੱਠੇ ਰਹਿਣਾ ਕਿ ਨਹੀਂ। ਬਹੁਤ ਤੁਹਾਡਾ ਬਹੁਤ ਮਿਹਨਤ ਹੋਣ ਤੇ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ ਜੀ। ਬੜਾ ਚੰਗਾ ਵਿਚਾਰ ਹੈ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਲੈਟਸ ਟੇਕ ਦ ਨੈਕਸਟ ਜੀ। ਅੱਛਾ, ਇਸ ਤਰ੍ਹਾਂ ਉਹ ਨਾ ਜਦੋਂ ਫੈਮਿਲੀ ਆਪਣਾ ਵਿਚਾਰੇ ਬੜੇ ਆਪਣੇ ਤੋਂ ਤਿਆਰੀ ਨਾ ਗਏ ਜਸ਼ਨ, ਉਹਨਾਂ ਨੇ ਇਹ ਤਾਂ ਹੁਣ ਸੋਚਿਆ ਨਹੀਂ ਨਾ। ਨਹੀਂ ਕੋਈ ਨਹੀਂ ਸੋਚਦਾ ਜੀ ਸਰ ਇਹ ਵਾਪਰੇਗਾ। ਉਹ ਹੁਣ ਜਦੋਂ ਸ਼ੇਅਰ ਕਰਦੇ ਸੀ ਇੱਥੇ ਜਾਣ ਤੋਂ ਪਹਿਲਾਂ ਹੀ ਮਤਲਬ ਮਨ ਦੇ ਵਿੱਚ ਕਈ ਗੱਲਾਂ ਤਾਂ ਉੱਠਦੀਆਂ ਸੀ ਵੀ ਮੈਂ ਇਹਨਾਂ ਨੂੰ ਥੋੜਾ ਜਿਹਾ ਦੱਸ ਦਿਆਂ ਹਨਾ। ਪਰ ਫਿਰ ਮਨ ਮੇਰਾ ਹੀ ਕਹਿੰਦਾ ਸੀਗਾ ਵੀ ਇਹ ਕਹਿਣਗੇ ਵੀ ਸਾਡਾ ਸਗਨਾਂ ਦਾ ਕੰਮ ਆ, ਇਹ ਵਿੱਚੋਂ ਇਹੋ ਜਿਹੀਆਂ ਸਲਾਹਾਂ ਦੇਣ ਲੱਗ ਗਏ, ਅਸੀਂ ਤਾਂ ਆਪਣਾ ਕੋਈ ਸਲਾਹ ਲੈਣ ਲਈ ਫੋਨ ਕਰਦੇ ਹਾਂ ਹਨਾ ਜੀ। ਤੇ ਨਹੀਂ ਫਿਰ ਰੰਗ 'ਚ ਭੰਗ ਪਾਉਣ ਨੂੰ ਜਾਣੀ ਮੇਰੀ ਮਨ ਨੇ ਹੀ ਨਹੀਂ ਕਿਹਾ ਵੀ ਮੈਂ ਇਹਨਾਂ ਨੂੰ ਕੁਛ ਅਲਰਟ ਕਰਾਂ ਹਨਾ। ਹੁਣ ਜਦੋਂ ਉਹ ਏਦਾਂ ਰੰਗ ਮੁੜ ਕੇ ਆ ਗਏ ਤੇ ਫਿਰ ਹੁਣ ਕੀ ਕੀਤਾ ਜਾ ਸਕਦਾ। ਪਰ ਜੇ ਭੈਣ ਭਰਾਵਾਂ ਨੂੰ ਸਮਝਦੇ ਰਹਿੰਦੇ ਕੁਛ ਕਹੀਏ ਜੀ ਫਿਰ ਉਹਨਾਂ ਨੂੰ ਕਈ ਵਾਰ ਲੱਗਦਾ ਵੀ ਸਾਡੇ ਰੰਗ 'ਚ ਭੰਗ ਪਾਤਾ, ਸਾਨੂੰ ਐਂ ਕਹਿਤਾ ਹਨਾ ਜੀ। ਹੁਣ ਇਸ ਕਰਕੇ ਵੀ ਸਾਡੀਆਂ ਕਈ ਵਾਰੀ ਗੱਲਾਂ ਜਿਹੜੀਆਂ ਅਕਸਰ ਅਸੀਂ ਧਰਤੀ ਗਾਈ ਆ, ਕੋਈ ਤਜਰਬੇ ਕੀਤੇ ਆ, ਅਸੀਂ ਕੁਝ ਬੋਲ ਸਕਦੇ ਹਾਂ, ਕਹਿ ਸਕਦੇ ਹਾਂ ਆਪਣੇ ਤਜਰਬੇ ਦੇ ਲਿਹਾਜ਼ ਨਾਲ। ਜਿਹੜੀ ਧਰਤੀ ਅਸੀਂ ਖਾਕ ਐਵੇਂ ਨਹੀਂ ਛਾਣੀ ਇਸ ਜਹਾਨ ਦੇ ਵਿੱਚ ਜੀ, ਤਜਰਬੇ ਇਕੱਠੇ ਕੀਤੇ ਆ, ਉਹਨਾਂ ਦੇ ਆਧਾਰ ਤੇ ਅਸੀਂ ਭੈਣ ਭਰਾਵਾਂ ਨੂੰ ਜਦੋਂ ਕੋਈ ਗੱਲ ਕਰਦੇ ਆ ਉਹਨਾਂ ਨੂੰ ਆਪਣੀ ਸੀਮਤ ਸੋਚ ਦੇ ਦਾਇਰੇ ਮੁਤਾਬਕ ਉਹ ਕੌੜੀ ਲੱਗ ਸਕਦੀ ਹੈ, ਉਹ ਅਣਉਚਿਤ ਲੱਗ ਸਕਦੀ ਆ, ਪਰ ਸਮਾਂ ਭੈਣ ਭਰਾਓ ਤੁਹਾਨੂੰ ਦੱਸ ਦਿੰਦਾ ਵੀ ਉਹ ਗੱਲ ਢੁਕਵੀਂ ਤੇ ਠੀਕ ਸੀ ਜੀ। ਉਹ ਸਮਾਂ ਤੁਹਾਨੂੰ ਦੱਸ ਦਿੰਦਾ। ਤੇ ਇਸ ਕਰਕੇ ਅਸੀਂ ਕਰਨ ਲੱਗੇ ਆਪਣੀ ਗੱਲ ਭੈਣ ਭਰਾਓ, ਸਾਡੀ ਜ਼ਿੰਮੇਵਾਰੀ ਆ ਵੀ ਕਰੀਏ ਹਨਾ। ਜੇ ਨਾ ਕਰੀਏ ਤੇ ਫਿਰ ਵੀ ਤੁਸੀਂ ਕਹਿੰਦੇ ਵੀ ਮੀਡੀਆ ਨਹੀਂ ਕਰਦਾ ਜੀ। ਜੇ ਹੁਣ ਮੀਡੀਆ ਕਰਦਾ ਤੇ ਫਿਰ ਵੀ ਤੁਸੀਂ ਸੁਣਦੇ ਨਹੀਂ ਆ, ਤੁਸੀਂ ਸੁਣਦੀਆਂ ਨਹੀਂ ਆ, ਤੇ ਫਿਰ ਹੁਣ ਦੱਸੋ ਵੀ ਅਸੀਂ ਕੀ ਕਰੀਏ ਹੋਰ ਜੀ। ਤੇ ਇਸ ਕਰਕੇ ਵੀ ਭੈਣ ਭਰਾਓ ਤੁਹਾਡਾ ਸਗਨਾਂ ਦਾ ਕੰਮ ਹੁੰਦਾ, ਬਹੁਤ ਵਾਰ ਅਸੀਂ ਨਹੀਂ ਬੋਲ ਸਕਦੇ, ਬੋਲਣਾ ਚਾਹੁੰਦੇ ਹੁੰਦੇ ਆ, ਪਰ ਜਦੋਂ ਉਦਾਂ ਹੀ ਫਿਰ ਹੋ ਜਾਂਦਾ ਤੇ ਹੁਣ ਫਿਰ ਕਰੀਏ ਕੀ ਹਨਾ, ਹੋਰ ਕੀ ਕਰੀਏ ਦੱਸੋ ਜੀ। ਤਾਂ ਤਦ ਕਰਕੇ ਇਹ ਆ ਵੀ ਇਹ ਲਾਡ ਪਿਆਰ ਵੀ ਚੰਗੇ ਆ ਹਨਾ, ਭਰੋਸੇ ਵੀ ਚੰਗੇ ਆ, ਪਰ ਕੰਟਰੋਲ ਆਲਵੇਜ਼ ਬੈਟਰ ਆ ਹਨਾ। ਯੈਸ, ਇਸ ਕਰਕੇ ਪਹਿਲਾਂ ਥੋੜਾ ਜਿਹਾ ਸੋਨਾ ਤੇ ਉਹੀ ਆ ਨਾ ਗਹਿਣਾ ਬਣਦਾ ਜਿਹੜਾ ਕੁੱਟ ਖਾਂਦਾ, ਜਿਹੜਾ ਪਿਘਲਦਾ, ਜਿਹੜਾ ਸੇਕ ਸਹਿੰਦਾ ਆ। ਸੋ ਤਦ ਕਰਕੇ ਆ ਵੀ ਜਿੰਨਾ ਚਿਰ ਜ਼ਿੰਦਗੀ 'ਚ ਕਿਸੇ ਵਿਅਕਤੀ ਨੇ ਸੇਕ ਸਹਿਣਾ ਸਿੱਖਣਾ ਨਹੀਂ, ਪਾਣੀ ਭਾਫ ਬਣ ਕੇ ਆਕਾਸ਼ 'ਚ ਉਹ ਉੱਡਣਾ ਜਿਹਨੇ ਸੇਕ ਅੱਗ ਦਾ ਸਹਿਣਾ ਤੇ ਭਾਫ ਬਣਨਾ ਆ। ਠੰਡਾ ਪਾਣੀ ਤੇ ਨਵਾਣਾ ਵੱਲ ਨੂੰ ਜਾਂਦਾ ਨਾ ਜੀ ਜੀ, ਕਦੀ ਆਕਾਸ਼ ਵਿੱਚ ਉੱਡ ਸਕਦਾ। ਸੋ ਇਸ ਕਰਕੇ ਜਿਹੜਾ ਜੀ ਤੁਹਾਡਾ ਘਰ ਦਾ ਸੇਕ ਸਹਿ ਸਕਦਾ, ਸੇਕ ਸਹਿ ਸਕਦੀ ਆ, ਸੰਭਾਵਨਾ ਹੈ ਉਹ ਤੁਹਾਨੂੰ ਘੱਟ ਸਮੱਸਿਆਵਾਂ ਦੇਣ ਵਾਲੀ ਹੋਊਗੀ ਜਾਂ ਤੁਹਾਡੀ ਸਮੱਸਿਆ ਆਪਣੀ ਝੋਲੀ ਪਾ ਲਊਗੀ, ਜਿਸ ਆਤਮਾ ਦੇ ਵਿੱਚ ਸੇਕ ਸਹਿਣ ਦਾ ਜ਼ਬਤ ਹੈਗਾ। ਸਿੰਪਲ ਹੀ ਜੀ। ਲੈਂਦੇ ਨੈਕਸਟ ਕਾਲ ਔਨ ਦੀ 에ਅਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਮੈਂ ਜੋਰਾਵਰ ਸਿੰਘ ਬਰਾੜ ਬੋਲ ਰਿਹਾ ਜੀ। ਬਰਾੜ ਸਾਹਿਬ, ਆਲਮਾ ਬਿਨਾਂ ਅਮਲਾਂ ਦੇ ਇਲਮ ਨਿਕੰਮੇ ਸਾਰੇ। ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ। ਇਹ ਸਾਡੇ ਬਰਾੜ ਸਾਹਿਬ ਅਰਸ਼ ਬੜੇ ਪੁਰਾਣੇ ਸਰੋਤਾ ਆ ਜੀ, ਅਸੀਂ ਉਹਨਾਂ ਦਾ ਬੜਾ ਸਤਿਕਾਰ ਕਰਦੇ ਹਾਂ ਜੀ। ਤੇ ਦੂਸਰਾ ਇਹ ਹੈ ਜੀ ਵੀ ਇਹ ਵੀ ਬੜਾ ਕਲੋਜ਼ਲੀ ਕਮਿਊਨਿਟੀ ਨੂੰ ਵਾਚ ਕਰਦੇ ਜੀ। ਬਿਲਕੁਲ ਬਿਲਕੁਲ ਬਿਲਕੁਲ। ਇੱਕੋ ਹੀ ਗੱਲ ਕਰਦੇ ਆ ਨਾ ਵੀ ਹੁਣ ਜੇ ਭਾਈ ਪੰਜਾਬ 'ਚ ਨੁਕਸ ਸੀ, ਭਾਰਤ ਵਿੱਚ ਨੁਕਸ ਸੀ, ਹੋਰ ਦੁਨੀਆ ਦੇ ਕਈ ਦੇਸ਼ਾਂ 'ਚ ਨੁਕਸ ਸੀ, ਸਾਨੂੰ ਉੱਥੇ ਜਾ ਕੇ ਵੀ ਸਾਹ ਨਾ ਆਇਆ, ਪਰ ਕੈਨੇਡਾ ਪਹੁੰਚ ਕੇ ਵੀ ਅਸੀਂ ਦੁਖੀ ਆ। ਤੇ ਹੁਣ ਤੁਸੀਂ ਦੱਸੋ ਵੀ ਸਾਰੀ ਧਰਤੀ 'ਚ ਹੀ ਨੁਕਸ ਆ, ਸਾਡੇ 'ਚ ਕੋਈ ਨੁਕਸ ਹੈ ਨਹੀਂਗਾ। ਉਹ ਸਾਡੇ 'ਚ ਕੋਈ ਨੁਕਸ ਹੋਊਗਾ ਤੇ ਆਪਾਂ ਭੱਜੇ ਫਿਰਦੇ ਆ ਸਾਰੀ ਦੁਨੀਆ 'ਚ ਹੱਕ ਛਾਣੀ ਜਾਂਦੇ ਆ ਜੀ। ਜੋਲ ਸਾਹਿਬ ਕਾਲ ਫਲੈਸ਼ ਕਰੇ ਨੇ, ਜੋਲ ਸਾਹਿਬ ਲੈ ਲਈ ਫਟਾਫਟ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਜੀ, ਮੇਰੇ ਨਾਲ ਗੱਲ ਕਰਦੇ ਪਾਓ ਤੁਸੀਂ?
ਹਾਂਜੀ ਮੇਰੇ ਨਾਲ ਗੱਲ ਕਰ ਰਹੇ ਹਾਂਜੀ ਹਾਂਜੀ ਤੁਹਾਡੇ ਨਾਲ ਗੱਲ ਕਰਦੇ ਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਜਿਹੜਾ ਪ੍ਰੋਗਰਾਮ ਹੈ ਨਾ ਬਹੁਤ ਅੱਛਾ ਲੱਗਦਾ ਹੈਗਾ ਜੀ ਬਹੁਤ ਇੱਕ ਧੰਨਵਾਦ ਮੈਂ ਗੱਲ ਪੁੱਛਣੀ ਹੈ ਤੁਹਾਨੂੰ ਹੂੰ ਇਹ ਜਿਹੜਾ ਤੁਸੀਂ ਦੱਸਿਆ ਸੀ ਨਾ ਜਿੱਥੇ ਵਿਆਹ ਦੇ ਵਿੱਚ ਵਿਘਨ ਪੈ ਗਿਆ ਹੂੰ ਉਹ ਵਿਘਨ ਸ਼ੁਰੂ ਕਿੱਦਾਂ ਹੋਇਆ ਕੁੜੀ ਨੇ ਕੀ ਕੀਤਾ ਜਾਂ ਮੁੰਡੇ ਨੇ ਕੀ ਕੀਤਾ ਇਹ ਮੈਂ ਸੁਣ ਨਹੀਂ ਸਕਿਆ ਉਹ ਕੋਈ ਗੱਲ ਜੀ ਜੀ ਦੱਸ ਸਕਦੇ ਹੋ ਜੀ ਜੀ ਉਹ ਮੁੰਡਾ ਕੁੜੀ ਵੈਸੇ 11 ਮਹੀਨਿਆਂ ਤੋਂ 10-11 ਮਹੀਨਿਆਂ ਤੋਂ ਆਪਸ ਵਿੱਚ ਬੱਲੇ ਬੱਲੇ 11-12 ਮਹੀਨੇ ਤੋਂ ਜਲਸਾ ਤੇ 11-12 ਮਹੀਨੇ ਉਹਨੇ ਇਹ ਸ਼ਰਤ ਨਹੀਂ ਰੱਖੀ। ਇਹਦੇ ਕੁੜੀ ਨੇ ਸ਼ਰਤ ਉਦੋਂ ਇਹ ਰੱਖੀ ਜਦੋਂ ਵਿਆਹ ਬੁੱਕ ਹੋ ਗਿਆ, ਜਦੋਂ ਫੈਮਿਲੀ ਕੈਨੇਡਾ ਤੋਂ ਪੰਜਾਬ ਪਹੁੰਚ ਗਈ ਆ। ਵਾਹ ਹੁਣ ਇਹ ਸ਼ਰਤ ਤਾਂ ਉਹਨੂੰ ਇਹ ਰੱਖ ਦੇਣੀ ਚਾਹੀਦੀ ਸੀ ਜਦੋਂ ਵਿਆਹ ਪੱਕਾ ਹੋਇਆ। ਭਾਈ ਮੇਰੀ ਆਹ ਸ਼ਰਤ ਆ ਵੀ ਮੈਂ ਦੂਰੀ ਰੱਖੂੰਗੀ। ਹੁਣ ਉਹ ਮੁੰਡੇ ਵਾਲਿਆਂ ਨੂੰ ਵਾਰਾ ਖਾਂਦੀ ਸ਼ਰਤ ਮੰਨ ਲੈਂਦੇ, ਨਹੀਂ ਮੰਨਦੇ ਤੇ ਆਪੋ ਆਪਣੇ ਘਰ ਬਹਿੰਦੇ ਹਨਾ। ਪੈਸਾ ਤਾਂ ਬਚਦਾ। ਇੱਥੋਂ ਸਦਰਾਂ ਨਾਲ ਵਿਆਹ ਪੱਕਾ ਕਰਕੇ, ਬੈਂਕਟ ਹਾਲ ਬੁੱਕ ਕਰਕੇ, ਡੀਜੇ ਵਾਲਿਆਂ ਨੂੰ ਰੁਪਈਏ ਪੂਜ ਕੇ ਤੇ ਇਹ ਇੱਥੋਂ ਸਾਰੀ ਤਿਆਰੀ ਨਾਲ ਪਹੁੰਚੇ ਆ। ਬਰੀਆਂ ਇੱਥੋਂ ਲੈ ਕੇ ਗਏ, ਗਹਿਣੇ ਸੈੱਟ ਇੱਥੋਂ ਲੈ ਕੇ ਗਏ ਹਨਾ। ਹੁਣ ਉਹੀ ਗਹਿਣੇ ਸੈੱਟ ਜਿੱਦਾਂ ਨਵੇਂ ਗਏ ਸੀ ਉਹ ਵਾਪਸ ਜਦੋਂ ਆਏ ਉਹ ਤੇ ਕਸਟਮ ਦੇ ਕੇ ਇੱਥੇ ਦਾਖਲ ਹੋ ਸਕੇ। ਤੁਸੀਂ ਦੇਖੋ ਸਾਡੇ ਤਮਾਸ਼ੇ ਜ਼ਿੰਦਗੀ ਚ ਬਹੁਤ ਬੁਰਾ ਹੋਇਆ, ਸਹਿਣਾ ਪੈਂਦਾ, ਵੈਰੀ ਬੈਡ ਜੀ। ਸੋ ਇਸ ਕਰਕੇ ਇਹ ਆ ਜੀ ਵੀ ਮਤਲਬ ਇਹ ਹੁਣ ਉੱਤੋਂ ਮੰਗ ਰਹੇ ਆ 10 ਲੱਖ ਰੁਪਈਆ, ਨਹੀਂ ਤੇ ਕਹਿੰਦੇ ਜੀ ਕਿ ਅਸੀਂ ਆਹ ਕਰ ਦਿਆਂਗੇ ਉਹ ਕਰ ਦਿਆਂਗੇ, ਤੁਹਾਨੂੰ ਇੰਡੀਆ ਹੀ ਨਹੀਂ ਆਉਣ ਦਿਆਂਗੇ। ਮਤਲਬ ਇਦਾਂ ਦੇ ਤਮਾਸ਼ੇ ਉੱਥੇ ਲੋਕ ਕਰਦੇ ਰੱਖੋ ਆਪਣੀਆਂ ਆਕੜਾਂ ਹੈਂਕਰਾਂ ਹੰਕਾਰਾਂ ਦੇ ਵਿੱਚ ਹਨਾ। ਸੋ ਜ਼ਿਆਦਤੀ ਤੇ ਦੇਖਿਆ ਜਾਵੇ ਤੇ ਹੁਣ ਜੇ ਉਹ ਲੜਕੀ ਦੀ ਕੋਈ ਰਿਕੁਐਸਟ ਸੀਗੀ, ਕੋਈ ਉਹਦੀ ਆਪਣੀ ਕੰਡੀਸ਼ਨ ਸੀਗੀ, ਵਿਆਹ ਫਿਕਸ ਹੋਣ ਵੇਲੇ ਉਹਨੂੰ ਸ਼ੇਅਰ ਕਰਨੀ ਚਾਹੀਦੀ ਜੀ। 10 ਮਹੀਨਿਆਂ ਤੋਂ ਉਹਨੂੰ ਐਕਸਚੇਂਜ ਕੀਤੇ ਜਾ ਰਹੇ ਮੈਸੇजेस ਆ ਤੇ ਉਹਨੂੰ ਇਹ ਕੰਡੀਸ਼ਨ ਬਹੁਤ ਪਹਿਲਾਂ ਦੱਸ ਦੇਣੀ ਚਾਹੀਦੀ ਸੀ। ਬਿਲਕੁਲ 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 ਜੀ। ਆਲਰਾਈਟ ਜੋਲ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਤੁਸੀਂ ਜੋਲ ਸਾਹਿਬ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਆਪਣੇ ਉਹਨਾਂ ਦੇ WhatsApp ਗਰੁੱਪ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ 4168953784 4168953784 ਤੇ ਕਾਲ ਕਰ ਸਕਦੇ ਹੋ। ਜੋਲ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਮਿਹਰਬਾਨੀ। ਥੈਂਕ ਯੂ ਸੋ ਮਚ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।